ਪਗ ਪੰਕਜ ਬੰਦਨ। ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ। ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ। ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ। ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਨ ਕਲਗੀ ਧਰ ਪ੍ਰਸ਼ਨ ਕੋ ਨੰਦ ਚੰਦ ਕਰ ਬੰਦ। ਵਰਣਨ ਕਰਿਓ ਪ੍ਰਸੰਗ ਸਭ ਕਥਾ ਗਰੇਂਦਰਨ ਬ੍ਰਿੰਦ। ਸੁਨ ਕਲਗੀ ਧਰ ਪ੍ਰਸ਼ਨ ਕੋ ਨੰਦ ਚੰਦ ਕਰ ਬੰਦ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣੇ ਪਿਆਰਿਆਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਉਚਾਰਨ ਕਰੋ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਸਰਵਣ ਕਰ ਰਹੇ ਸੀ। ਪਹਿਲਾਂ ਭਾਈ ਕੁਲਵੰਤ ਸਿੰਘ ਜੀ ਨੇ ਹਾਜ਼ਰੀ ਭਰੀ, ਫਿਰ ਭਾਈ ਹਰਫੂਲ ਸਿੰਘ ਜੀ ਨੇ ਹਾਜ਼ਰੀ ਭਰੀ। ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ। ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉਂ ਸੁਖ ਪਾਈਐ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਜਿੱਥੇ ਇਸ ਪੰਕਤੀਆਂ ਦਾ ਕੀਰਤਨ ਕਰਨਾ ਅਤੇ ਸੁਣਨਾ ਹੈ, ਉੱਥੇ ਗੁਰੂ ਜੀ ਸਾਡੀ ਅਵਸਥਾ ਵੀ ਬਖਸ਼ਿਸ਼ ਕਰਨ ਜੀ। ਅੰਦਰੋਂ ਤੜਪ ਪੈਦਾ ਹੋਵੇ ਵਾਹਿਗੁਰੂ ਜੀ ਦੇ ਨਾਲ ਮਿਲਣ ਦੀ, ਅੰਦਰੋਂ ਉਸ ਵਾਹਿਗੁਰੂ ਜੀ ਦਾ ਭਜਨ ਕਰਨ ਦੀ ਤੜਪ ਪੈਦਾ ਹੋਵੇ, ਚਾਅ ਪੈਦਾ ਹੋਵੇ। ਚਾਅ ਪੈਦਾ ਹੋਣਾ ਇਹ ਵੀ ਬੜੀ ਵੱਡੀ ਗੱਲ ਹੈ।
ਪਰ ਜਪਦਾ ਬੰਦਾ ਉਦੋਂ ਹੀ ਹੈ ਜਦੋਂ ਉਹ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਸੋ ਆਪਾਂ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ ਹੈ। ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਪਾਉਂਟਾ ਸਾਹਿਬ ਦੀ ਧਰਤੀ ਤੇ ਸੁਭਾਇਮਾਨ ਹਨ। ਗੁਰਸਿੱਖਾਂ ਨੇ ਕਿਵੇਂ ਉਹ ਘਾਟਾ ਪਾਰ ਕੀਤਾ, ਇਹ ਆਪ ਜੀ ਨੇ ਕੱਲ੍ਹ ਦੀ ਕਥਾ ਵਿੱਚ ਸਰਵਣ ਕੀਤਾ ਜੀ। ਗੁਰਸਿੱਖ ਇੱਕ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੀ। ਪਹਾੜੀ ਰਾਜਿਆਂ ਦੀ ਫੌਜ ਦੀ ਮਾਨੋ ਮਾਤੀ ਮਰ ਗਈ। ਗੁਰੂ ਸਾਹਿਬ ਨੇ ਇਹੋ ਜਿਹੀ ਕਿਰਪਾ ਕੀਤੀ ਜੀ। ਜਿਵੇਂ ਦਾਸ ਨੇ ਗੁਰਮੁਖਾਂ ਤੋਂ ਬਚਨ ਸੁਣਿਆ, ਅਨੁਭਵੀ ਬਚਨ ਉਹਨਾਂ ਗੁਰਮੁਖਾਂ ਨੇ ਕੀਤਾ। ਕਹਿੰਦੇ ਮਹਾਰਾਜ ਆਕਾਸ਼ੀ ਮਾਰਗ ਰਾਹੀਂ ਜਾ ਕੇ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਦੀ ਸਹਾਇਤਾ ਕੀਤੀ ਜੀ। ਸੋ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਉਹ ਗੁਰਸਿੱਖ ਪਾਉਂਟਾ ਸਾਹਿਬ ਪਹੁੰਚੇ ਜੀ। ਜਦੋਂ ਉਹ ਪਾਉਂਟਾ ਸਾਹਿਬ ਆਏ, ਕਿੱਡੇ ਭੋਲੇ ਬਣ ਕੇ ਸੱਚੇ ਪਾਤਸ਼ਾਹ ਬੈਠੇ ਨੇ ਜੀ। ਕਿਵੇਂ ਆਏ ਸਭ ਕਥਾ ਵਿੱਚ ਤੁਸੀਂ ਸਰਵਣ ਕੀਤਾ। ਮਹਾਰਾਜ ਉਹਨਾਂ ਨੂੰ ਪੁੱਛਦੇ ਆ, ਭਾਈ ਪਿਆਰਿਓ ਦੱਸੋ ਕੀ ਬਣਿਆ, ਤੁਸੀਂ ਗਏ ਸੀ, ਸਾਨੂੰ ਉੱਥੋਂ ਦਾ ਮਾਹੌਲ ਦੱਸੋ। ਸੋ ਉੱਥੋਂ ਦਾ ਮਾਹੌਲ ਜਿਹੜਾ ਹੈ ਸਾਧ ਸੰਗਤ ਜੀ, ਉਹ ਸਾਰਾ ਗੁਰਸਿੱਖ ਜਿਹੜੇ ਆ ਉਹ ਵਰਣਨ ਕਰਨਗੇ। ਸਾਰਾ ਕੁਝ ਗੁਰੂ ਜੀ ਨੇ ਕੀਤਾ, ਪਰ ਸਭ ਕੁਝ ਕਰਕੇ ਜਿਵੇਂ ਅਣਜਾਣ ਨਹੀਂ ਕੋਈ ਬਹਿ ਜਾਂਦਾ ਜੀ, ਉਵੇਂ ਬਹਿ ਗਏ ਜੀ। ਹਾਂਜੀ, ਇਹ ਗੁਰੂ ਦੀ ਵਡਿਆਈ ਹੈ। ਕਰਦੇ ਕਰਾਉਂਦੇ ਸਾਰਾ ਕੁਝ ਮਹਾਰਾਜ ਆਪ ਹੀ ਨੇ, ਪਰ ਫਿਰ ਅਣਜਾਣ ਬਣ ਕੇ ਬਹਿ ਜਾਂਦੇ ਹੈ। ਹੁਣ ਅੱਗੋਂ ਕਥਾ ਸੁਣੀਏ ਪਿਆਰ ਨਾਲ ਗੱਜ ਕੇ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁਨ ਕਲਗੀਧਰ ਪ੍ਰਸ਼ਨ ਕੋ, ਨੰਦ ਚੰਦ ਕਰ ਬੰਦ। ਗਰੀਬ ਨਵਾਜ ਜਦੋਂ ਮੁਸਕਰਾ ਕੇ ਪੁੱਛਣ ਲੱਗੇ ਨਾ, ਸਿੱਖਾਂ ਦਾ ਤੇ ਰੋਮ ਰੋਮ ਹੀ ਮਹਾਰਾਜ ਦੇ ਸ਼ੁਕਰਾਨੇ ਵਿੱਚ ਸੀਗਾ ਜੀ। ਕੱਲ ਤੁਸੀਂ ਸੁਣਿਆ ਕਿਵੇਂ ਆਉਂਦਿਆਂ ਹੀ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ, ਤੇ ਮਹਾਰਾਜ ਦੇ ਪ੍ਰਸ਼ਨ ਨੂੰ ਸੁਣ ਕੇ ਭਾਈ ਨੰਦ ਚੰਦ ਨੇ ਹੱਥ ਜੋੜ ਲਏ ਜੀ। ਹਾਂਜੀ, ਵਰਣਨ ਕਰਿਓ ਪ੍ਰਸੰਗ ਸਭ, ਕਥਾ ਗੁਰੇਂਦਰਨ ਬ੍ਰਿੰਦ। ਆਖੋ ਸ੍ਰੀ ਵਾਹਿਗੁਰੂ। ਜੋ ਸ਼੍ਰੀਨਗਰ ਵਿੱਚ ਹੋਇਆ ਉਹ ਸਾਰੀ ਗੱਲ ਸਾਧ ਸੰਗਤ ਜੀ, ਭਾਈ ਸਾਹਿਬ ਜੀ, ਭਾਈ ਨੰਦ ਚੰਦ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ। ਚੌਪਈ। ਹਉ ਅਲਪਗ ਲਾਜ ਉਰ ਲਾਗੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ ਨੰਦ ਚੰਦ ਜੀ ਨੂੰ ਵੀ ਪਤਾ ਵੀ ਸਭ ਕੁਝ ਗੁਰੂ ਜੀ ਨੇ ਕੀਤਾ ਜੀ। ਸਤਿਗੁਰਾਂ ਨੇ ਮਿਹਰ ਕੀਤੀ ਜੀ। ਨੰਦ ਚੰਦ ਜੀ ਨੇ ਹੱਥ ਜੋੜ ਲਏ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਂ ਤੇ ਬੜੀ ਛੋਟੀ ਜੀ ਬੁੱਧੀ ਵਾਲਾ ਹੈਗਾ ਹਾਂ। ਮਹਾਰਾਜ ਲਾਜ ਉਰ ਲਾਗੇ। ਮਹਾਰਾਜ ਤੁਹਾਨੂੰ ਕੁਝ ਦੱਸਦਿਆਂ ਮੈਨੂੰ ਸੰਗ ਆਉਂਦੀ ਹੈ। ਮੈਂ ਤੁਹਾਨੂੰ ਕੀ ਦੱਸ ਸਕਦਾ ਜੀ? ਕੋਈ ਬੰਦਾ ਸੂਰਜ ਨੂੰ ਦੀਵਾ ਦਿਖਾ ਸਕਦਾ ਜੀ? ਨਹੀਂ ਜੀ। ਮਹਾਰਾਜ ਮੈਂ ਆਪ ਜੀ ਨੂੰ ਕੀ ਦੱਸ ਸਕਦਾ ਹਾਂ? ਤੁਮਰੀ ਬਾਤ ਕਹੋ ਤੁਮ ਆਗੇ। ਸੱਚੇ ਪਾਤਸ਼ਾਹ ਤੁਹਾਡੀ ਗੱਲਬਾਤ ਹੈ ਸਾਰੀ, ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਹਾਂ। ਮਹਾਰਾਜ ਮੈਨੂੰ ਤਾਂ ਕੁਝ ਵੀ ਨਹੀਂ ਪਤਾ, ਸਭ ਕੁਝ ਕੀਤਾ ਕਰਾਇਆ ਤੇ ਤੁਸੀਂ ਹੈ। ਸੰਗਤ ਜੀ ਇਹ ਅਵਸਥਾ ਚਾਹੀਦੀ ਹੈ। ਸਿੱਖ ਇਹੋ ਹੀ ਅਰਦਾਸ ਕਰੇ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਸੋ ਸੱਚੇ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਨੂੰ ਕੀ ਦੱਸਾਂ? ਜੇ ਗਿਰਪਤ ਹੈ ਮੂੜ ਗੁਮਾਨੀ,
ਸਾਥ ਰਾਵਰੇ ਬੈਰ ਮਹਾਨੀ। ਗਰੀਬ ਨਵਾਜ ਪਹਾੜੀ ਰਾਜੇ ਹੰਕਾਰ ਵਾਲੇ ਹਨ। ਮਾਰਾ ਬੜੀ ਹਉਮੈ ਆ ਉਹਨਾਂ ਅੰਦਰ, ਤੇ ਸੱਚੇ ਪਾਤਸ਼ਾਹ ਆਪ ਜੀ ਨਾਲ ਵੈਰ ਕਰਦੇ ਵੈਰ ਜੀ। ਛੋਟੀ ਜੀ ਜ਼ਿੰਦਗੀ ਹੈ ਸਾਧ ਸੰਗਤ ਜੀ, ਬੰਦਾ ਵੈਰ ਵਿਰੋਧ ਵਿੱਚ ਗਵਾ ਕੇ ਖਰਾਬ ਕਰ ਲੈਂਦਾ ਜੀ ਆਪਣੀ ਜੀ। ਹਾਂਜੀ, ਤਉ ਆਪ ਕੇ ਬੂਝਨ ਕਰੇ। ਹੁਣ ਆਪ ਜੀ ਨੇ ਪੁੱਛਿਆ, ਮੈਂ ਆਪ ਜੀ ਨੂੰ ਕੀ ਦੱਸ ਸਕਦਾ, ਪਰ ਆਪ ਜੀ ਨੇ ਪੁੱਛਿਆ ਹੈ। ਕਹਿਬੇ ਕੋ ਮਮ ਚਿਤ ਅਨੁਸਰੇ। ਇਸ ਕਰਕੇ ਹੁਣ ਦੱਸਣਾ ਤੇ ਮੇਰਾ ਫਰਜ਼ ਹੈ ਮਹਾਰਾਜ, ਆਪ ਜੀ ਦੀ ਆਗਿਆ ਵਿੱਚ ਰਹਿਣਾ। ਕਿਰਪਾ ਧਾਰ ਤੁਮ ਦਾਇਜ ਦੀਨਾ। ਹੁਣ ਫਿਰ ਮਹਾਰਾਜ ਸਭ ਕੁਝ ਸੁਣੋ। ਤੁਸੀਂ ਵੀ ਸੋਚੋਗੇ ਵੀ ਕਥਾ ਤੇ ਸੁਣੀ ਹੈ ਸਾਰੀ, ਪਰ ਇਹ ਸਾਰੀ ਗੱਲ ਭਾਈ ਸਾਹਿਬ ਭਾਈ ਆਨੰਦ ਚੰਦ ਜੀ ਗੁਰੂ ਜੀ ਨੂੰ ਦੱਸ ਰਹੇ ਆ ਜੀ। ਕੋਈ ਗੱਲ ਵਧਾ ਚੜਾ ਕੇ ਨਹੀਂ ਕਰਨੀ ਜੀ, ਬਿਲਕੁਲ ਸਹੀ ਗੱਲ ਕਰਨਗੇ। ਮਹਾਰਾਜ ਆਪ ਜੀ ਨੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਫਤਿਹ ਸ਼ਾਹ ਨੂੰ ਪਿਆਰ ਕੀਤਾ, ਉਹਦੀ ਬੱਚੀ ਵਾਸਤੇ ਮਹਾਰਾਜ ਦਾਜ ਭੇਜਿਆ। ਹਾਂਜੀ, ਹਮ ਕਉ ਨਿਰਪਟਿਗ ਭੇਜਨ ਕੀਨਾ। ਦਾਜ ਦੇ ਕੇ ਸਾਨੂੰ ਉਸ ਰਾਜੇ ਦੇ ਕੋਲ ਸਤਿਗੁਰੂ ਜੀ ਆਪ ਜੀ ਨੇ ਭੇਜਿਆ। ਮਿਲੇ ਜਾਏ ਆਦਰ ਬੜ ਠਾਨਾ। ਤੇ ਅਸੀਂ ਗਏ ਸਾਂ ਮਹਾਰਾਜ ਉਹਦੇ ਕੋਲ, ਜਾ ਕੇ ਮਿਲੇ। ਉਹਨੇ ਸਾਡੀ ਇੱਜ਼ਤ ਵੀ ਬੜੀ ਕੀਤੀ ਜਦੋਂ ਮਹਾਰਾਜ ਅਸੀਂ ਉੱਥੇ ਗਏ। ਹਾਂਜੀ, ਹਮ ਕਹਿ ਸਿਵਰ ਕੀਨ ਮੈਂ ਦਾਨਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਹਮ ਕਹਿ ਸਿਵਰ ਕੀਨ ਮੈਦਾਨਾ, ਅਸੀਂ ਕਹਿ ਕੇ ਆਪਣਾ ਆਸਣ ਬਾਹਰ ਬਾਗ ਵਿੱਚ ਲਵਾਇਆ ਸੀ ਸੱਚੇ ਪਾਤਸ਼ਾਹ। ਰਾਵਰ ਰੋਕ ਬਰਾਤ ਹਟਾਈ। ਪਰ ਇਧਰੋਂ ਪਤਾ ਲੱਗਾ ਕਿ ਆਪ ਜੀ ਨੇ ਬਰਾਤ ਨੂੰ ਵਾਪਸ ਮੋੜਤਾ ਸੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਿਉਂਕਿ ਇਹ ਤੇ ਉੱਥੇ ਸਨ ਨਾ ਜੀ ਸ਼੍ਰੀਨਗਰ, ਇਹਨਾਂ ਨੂੰ ਵੀ ਸਾਰੀ ਗੱਲ ਦਾ ਨਹੀਂ ਪਤਾ ਜੀ। ਹਾਂਜੀ, ਸੁਧ ਸਭ ਸ੍ਰੀਨਗਰੈ ਸੁਨ ਪਾਈ। ਬਸ ਅਸੀਂ ਤਾਂ ਸ਼੍ਰੀਨਗਰ ਵਿੱਚ ਇਹੋ ਹੀ ਖਬਰ ਸੁਣਦੇ ਰਹੇ ਹਾਂ ਕਿ ਮਹਾਰਾਜ ਨੇ ਬਰਾਤ ਵਾਪਸ ਮੋੜ ਦਿੱਤੀ ਹੈ। ਇਹੋ ਖਬਰ ਸਾਰੇ ਸ਼੍ਰੀਨਗਰ 'ਚ ਫੈਲ ਗਈ ਸੀ। ਭਏ ਤਿਆਰ ਹਮ ਆਵਨ ਇਤ ਕੋ। ਜਦੋਂ ਆਪ ਜੀ ਦੀ ਇਹ ਖਬਰ ਸੁਣੀ ਮਹਾਰਾਜ, ਅਸੀਂ ਤੇ ਉਦੋਂ ਹੀ ਤੰਬੋਲ ਦੇ ਕੇ ਵਾਪਸ ਆਉਣਾ ਚਾਹੁੰਦੇ ਸਾਂ, ਅਸੀਂ ਤਾਂ ਤਿਆਰ ਹੋ ਗਏ ਸਾਂ। ਰਾਖੇ ਫਤਿਹ ਸ਼ਾਹ ਕਰ ਹਿਤ ਕੋ। ਪਰ ਮਹਾਰਾਜ ਫਤਿਹ ਸ਼ਾਹ ਨੇ ਬੜੇ ਪਿਆਰ ਨਾਲ ਬੇਨਤੀ ਕਰਕੇ ਤੇ ਸਾਨੂੰ ਰੁਕਾ ਲਿਆ ਸੀ। ਅਸੀਂ ਤਾਂ ਉਦੋਂ ਹੀ ਆਉਣ ਲੱਗੇ ਸਾਂ ਵਾਪਸ। ਹੋਏ ਗ੍ਰੇਸ਼ਨ ਮੇਲ ਬਿਸਾਲਾ। ਹਾਂਜੀ, ਇਹ ਤੰਬੋਲ ਬੜ ਦੇਹੋ ਤਿਸ ਕਾਲਾ। ਸੱਚੇ ਪਾਤਸ਼ਾਹ ਉਹਨੇ ਸਾਨੂੰ ਕਿਹਾ ਸੀ ਪਹਾੜੀ ਰਾਜਿਆਂ ਦਾ ਮੇਲ ਹੋਏਗਾ, ਉਦੋਂ ਮੇਰੀ ਸ਼ਾਨ ਬਣੇਗੀ, ਉਦੋਂ ਤੁਸੀਂ ਇਹ ਤੰਬੋਲ ਸਾਰਾ ਕੁਝ ਸਗਨ ਦੇਣਾ ਹੈ। ਪਸ ਰਹਿ ਸੁਜਸ ਸਤਿਗੁਰੂ ਕੇਰਾ। ਨਾਲੇ ਉਹ ਕਹਿੰਦਾ ਸੀ ਵੀ ਮਹਾਰਾਜ ਦਾ ਜਸ ਫੈਲੇਗਾ, ਸਾਰੇ ਵੇਖਣਗੇ, ਸ਼ੱਕ ਤਾਂ ਕੋਈ ਨਹੀਂ। ਉਦੋਂ ਤੱਕ ਉਹਦੀ ਭਾਵਨਾ ਠੀਕ ਸੀ ਸਾਧ ਸੰਗਤ ਜੀ। ਹਾਂਜੀ, ਤਿਸ ਕੇ ਸਾਥ ਹੋਏ ਵੱਡ ਮੇਰਾ। ਕਹਿੰਦਾ ਮਹਾਰਾਜ ਦਾ ਵੀ ਜਸ ਹੋਏਗਾ, ਮੇਰਾ ਵੀ ਜਸ ਹੋਏਗਾ। ਹਾਂਜੀ, ਵਸਤ ਅਜਾਇਬ ਕੋ ਸਭ ਹੀ ਰਹਿ। ਮਹਾਰਾਜ ਸਾਨੂੰ ਫਤਿਹ ਸ਼ਾਹ ਨੇ ਕਿਹਾ ਸੀ ਵੀ ਇਹ ਵਸਤੂਆਂ ਬੜੀਆਂ ਕੀਮਤੀ ਨੇ, ਜਦੋਂ ਸਾਰੇ ਇਹ ਵਸਤੂਆਂ ਦੇਖਣਗੇ ਵਧੈ ਵਿਆਹ ਉਤਸ਼ਾਹ ਕਨੇਰ ਹੈ। ਤੇ ਬੜਾ ਉਤਸ਼ਾਹ ਪੈਦਾ ਹੋਏਗਾ, ਵਿਆਹ ਦੀ ਤੇ ਸ਼ੋਭਾ ਹੀ ਵੱਧ ਜੇਗੀ ਜਦੋਂ ਐਸੀਆਂ ਵਸਤੂਆਂ ਆਉਣਗੀਆਂ। ਇਤਿਆਦਿਕ ਮ੍ਰਿਦ ਬਾਕ ਬਖਾਨ ਹੈ। ਇਸ ਤਰੀਕੇ ਨਾਲ ਮਿੱਠੇ ਮਿੱਠੇ ਬੋਲ ਬੋਲੇ ਮਹਾਰਾਜ ਫਤਿਹ ਸ਼ਾਹ ਰਾਜੇ ਨੇ ਸਾਡੇ ਨਾਲ। ਸੁਨ ਹਮ ਰਹੇ ਨੀਕ ਕਰ ਜਨ ਹੈ। ਅਸੀਂ ਵੀ ਸੁਣ ਕੇ ਮੰਨ ਲਿਆ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸਾਨੂੰ ਪਤਾ ਤੇ ਲੱਗ ਗਿਆ ਸੀ ਵੀ ਗੱਲ ਕੋਈ ਨਾ ਕੋਈ ਗੜਬੜ ਹੋ ਰਹੀ ਹੈ, ਪਰ ਫਤਿਹ ਸ਼ਾਹ ਰਾਜੇ ਨੇ ਸਾਨੂੰ ਉਦੋਂ ਆਉਣ ਨਹੀਂ ਸੀ ਦਿੱਤਾ। ਦਿਵਸ ਕਿਤਕ ਮਹਿ ਆਏ ਬਰਾਤੀ। ਕੁਝ ਦਿਨਾਂ ਬਾਅਦ ਸੱਚੇ ਪਾਤਸ਼ਾਹ ਬਰਾਤੀ ਸਾਰੇ ਆ ਗਏ, ਭੀਮ ਚੰਦ ਹੋਣੀ। ਕਰਿਓ ਟੁਕਾਓ ਖਰਚ ਧਨ ਥਾਤੀ। ਬਰਾਤ ਵਿੱਚ ਕਈ ਰਾਜੇ ਆਏ ਤਾਂ ਉੱਥੇ ਟੁਕਾਅ ਹੋ ਗਿਆ। ਹਾਂਜੀ, ਨਿਜ ਨਿਜ ਰੀਤ ਕੀਨ ਦਿਸ਼ ਦੋ। ਦੋਵਾਂ ਪਾਸਿਆਂ ਤੋਂ ਆਪੋ ਆਪਣੀਆਂ ਉਹਨਾਂ ਨੇ ਮਰਿਆਦਾਵਾਂ ਕੀਤੀਆਂ। ਮਹਾਰਾਜ ਅਸੀਂ ਵਿੱਚ ਸ਼ਾਮਲ ਸਾਂ।
ਭਏ ਮੁਦਤ ਚਿਤ ਮਹਿ ਸਭ ਕੋ। ਹਰ ਕੋਈ ਬੜਾ ਖੁਸ਼ ਸੀਗਾ ਸੱਚੇ ਪਾਤਸ਼ਾਹ। ਦਾਇਜ ਦੇਨ ਦਿਵਸ ਜਬ ਆਇਓ। ਪਰ ਜਦੋਂ ਦਿਨ ਆਇਆ ਦਾਜ ਦੇਣ ਵਾਲਾ, ਹਾਂਜੀ, ਪਠ ਮਾਨਵ ਕੋ ਹਮ ਹੈ ਬੁਲਾਇਓ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਮਹਾਰਾਜ ਅਸੀਂ ਵੀ ਗਏ ਉੱਥੇ, ਸਾਨੂੰ ਪਤਾ ਲੱਗਾ ਦਾਜ ਦੇਣਾ ਆਪ ਜੀ ਵੱਲੋਂ ਦੇਣ ਵਾਸਤੇ, ਅਸੀਂ ਵੀ ਗਏ। ਦਇਓ ਆਪ ਕੋ ਹਮ ਲੈ ਗਏ। ਹਾਂਜੀ। ਫਰਸ਼ ਵਿਸਾਲ ਡਾਸ ਤਬ ਦਏ। ਬੜਾ ਮਹਾਰਾਜ ਉੱਥੇ ਵਿਛਾਈ ਕੀਤੀ ਗਈ ਸੀ। ਹਾਂਜੀ, ਸਰਬ ਵਸਤ ਅਜਾਇਬ ਜਬ ਦਿਖਰਾਈ। ਅਸੀਂ ਸਾਰੀਆਂ ਵਸਤੂਆਂ, ਗਹਿਣੇ, ਤੰਬੋਲ, ਬਸਤਰ, ਮਾਇਆ ਸਭ ਕੁਝ ਵਿਖਾਇਆ ਉੱਥੇ। ਸਰਵ ਗਰੇਂਦਰਨ ਦ੍ਰਿਸ਼ਟ ਲਗਾਈ। ਸਾਰੇ ਪਹਾੜੀ ਰਾਜਿਆਂ ਨੇ ਸਭ ਕੁਝ ਵੇਖਿਆ ਵੀ। ਊਚ ਨੀਚ ਤਬ ਲੱਗੇ ਸਰਾਹਨ। ਸਾਰੇ ਕਹਿਣ ਵੀ ਲੱਗੇ ਵੀ ਬਹੁਤ ਸੋਹਣੀਆਂ ਵਸਤੂਆਂ ਨੇ ਇਹ ਤਾਂ, ਜਿਹ ਸਮ ਨਿਪ ਦਾਇਜ ਭੀ ਨਾਹਿਨ। ਵੀ ਇਹੋ ਜਿਹਾ ਦਾਜ ਤਾਂ ਫਤਿਹ ਸ਼ਾਹ ਨੇ ਵੀ ਨਹੀਂ ਦਿੱਤਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਪਰ ਜਦੋਂ ਮਹਾਰਾਜ ਤੁਹਾਡਾ ਨਾਮ ਲਿਆ ਗਿਆ ਵੀ ਇਹ ਸਭ ਕੁਝ ਗੁਰੂ ਘਰ ਵੱਲੋਂ ਆਇਆ ਹੈ। ਭੀਮ ਚੰਦ ਔਰ ਆਨੰਦ ਭਰੇ। ਮਨੁੱਖ ਸਮੀਪੀ ਬੂਝਨ ਕਰੇ। ਪਹਿਲਾਂ ਭੀਮ ਚੰਦ ਨੇ ਪੁੱਛਿਆ ਵੀ ਇਹ ਸਭ ਕੁਝ ਕੌਣ ਦੇ ਰਿਹਾ, ਇਹ ਸਭ ਕੁਝ ਕੌਣ ਲੈ ਕੇ ਆ ਰਿਹਾ। ਪ੍ਰਥਕ ਦਿਖਾਇਵ ਇਹ ਕਿਸ ਕੇਰਾ। ਇਹ ਜਿਹੜਾ ਵੱਖਰਾ ਵਿਖਾਇਆ ਤੰਬੋਲ ਇਹ ਕਿਹਦਾ ਹੈ, ਕਿੰਨੇ ਭੇਜਿਆ ਹੈ। ਜਿਸ ਪਰ ਲਾਗਿਓ ਮੋਲ ਕਨੇਰਾ। ਬਹੁਤ ਜ਼ਿਆਦਾ ਮਾਇਆ ਲੱਗੀ ਹੈ, 1.25 ਲੱਖ ਰੁਪਈਆ ਦੱਸਿਆ ਜਾ ਰਿਹਾ ਹੈ। ਤਬ ਲਓ ਭਾਟ ਪੁਕਾਰ ਸੁਨਾਇਓ। ਅਜੇ ਉਹ ਗੱਲਾਂ ਕਰ ਹੀ ਰਿਹਾ ਸੀ ਤੇ ਮਹਾਰਾਜ ਭੱਟ ਉੱਚੀ ਬੋਲ ਕੇ ਸਭ ਨੂੰ ਸੁਣਾਉਣ ਲੱਗਾ। ਇਹ ਤੰਬੋਲ ਸਤਿਗੁਰੂ ਪਠਾਇਓ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਉੱਥੇ ਸਭਾ ਵਿੱਚ ਉਹਨੇ ਆਪ ਜੀ ਦਾ ਨਾਮ ਲਿਆ ਵੀ ਇਹ 1.25 ਲੱਖ ਰੁਪਏ ਦਾ ਤੰਬੋਲ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਗੁਰੂ ਗੋਬਿੰਦ ਰਾਏ ਜੀ ਨੇ ਭੇਜਿਆ ਹੈ। ਮਹਾਰਾਜ ਆਪ ਜੀ ਦਾ ਨਾਮ ਬੜੀ ਸ਼ਾਨ ਨਾਲ ਲਿਆ ਗਿਆ। ਸੁਨ ਖੁਨਸਿਓ ਮਨ ਮੂਰਖ ਮਾਨੀ। ਪਰ ਮਹਾਰਾਜ ਅਸੀਂ ਵੇਖਿਆ ਉੱਥੇ ਜਦੋਂ ਆਪ ਜੀ ਦਾ ਨਾਮ ਲਿਆ ਗਿਆ ਤੇ ਭੀਮ ਚੰਦ ਨੂੰ ਗੁੱਸਾ ਚੜ ਗਿਆ ਜੀ। ਹਾਂਜੀ, ਸਮਧੀ ਸਨ ਕਹੈ ਕਠਨ ਬਖਾਨੀ। ਉਹਨੇ ਆਪਣੇ ਸਮਧੀ ਫਤਿਹ ਸ਼ਾਹ ਨੂੰ ਉੱਥੇ ਕਿਹਾ ਦੁਸ਼ਮਨ ਅਧਿਕ ਬਿਗਨ ਜਿਸ ਕੀਓ। ਵੀ ਸਾਡੇ ਦੁਸ਼ਮਣ ਨੇ ਉਹਨਾਂ ਨੇ ਬੜੇ ਵਿਘਨ ਪੈਦਾ ਕੀਤੇ ਐ। ਇਤ ਐਬੇ ਕੋ ਪੰਥ ਨਾ ਦਿਓ। ਵੀ ਸਾਨੂੰ ਤਾਂ ਰਾਹ ਨਹੀਂ ਦਿੱਤਾ ਉਹਨਾਂ ਨੇ ਬਰਾਤ ਵਾਸਤੇ। ਤਿਸ ਕੇ ਸੰਗ ਸਖਾਪਨ ਠਾਨਾ। ਪਰ ਤੂੰ ਗੁਰੂ ਜੀ ਨਾਲ ਮਿੱਤਰਤਾ ਰੱਖੀ ਹੈ। ਇਹ ਭੀ ਮੇਰੋ ਸ਼ਤਰੂ ਮਹਾਨਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੀ ਤੂੰ ਵੀ ਮੇਰਾ ਸ਼ਤਰੂ ਹੈ, ਤੂੰ ਵੀ ਮੇਰਾ ਦੁਸ਼ਮਣ ਹੈ। ਮਹਾਰਾਜ ਉੱਥੇ ਤੇ ਅਸੀਂ ਮੌਜੂਦ ਸਾਂ, ਉੱਥੋਂ ਦਾ ਮਾਹੌਲ ਵਿਗੜ ਗਿਆ ਸਾਰਾ। ਹਾਂਜੀ, ਡੋਰਾ ਤਿਆਗ ਚੱਲੋ ਨਿਜ ਦੇਸ਼। ਇਮ ਕੈ ਕੀਨਸ ਕੋਪ ਵਿਸ਼ੇਸ਼। ਮਹਾਰਾਜ ਭੀਮ ਚੰਦ ਨੇ ਇੱਥੋਂ ਤੱਕ ਕਹਿਤਾ ਵੀ ਡੋਲਾ ਇੱਥੇ ਹੀ ਛੱਡ ਜਾਣਾ, ਅਸੀਂ ਇਹ ਵਿਆਹ ਤੋੜਦੇ ਆਂ। ਤੇ ਮਹਾਰਾਜ ਉਹਨੇ ਜਾਣ ਦੀ ਤਿਆਰੀ ਕਰਾ ਲਈ ਸੀਗੀ। ਉੱਥੇ ਤੇ ਮਾਹੌਲ ਬੜਾ ਖਰਾਬ ਹੋ ਗਿਆ ਸੀ। ਮਹਾਰਾਜ ਤਬ ਹੈ ਕੂਚ ਬਜਵਾਏ ਨਗਾਰਾ। ਕੂਚ ਦਾ, ਚਾਲੇ ਦਾ ਮਹਾਰਾਜ ਨਗਾਰਾ ਵੀ ਉਹਨਾਂ ਵਜਵਾ ਦਿੱਤਾ। ਫਤਿਹ ਸ਼ਾਹ ਸੁਨ ਕਰ ਡਰ ਧਾਰਾ। ਪਰ ਉਸ ਸਮੇਂ ਮਹਾਰਾਜ ਆਪਣੀ ਪਿਆਰੀ ਧੀ ਦੇ ਮੋਹ ਦੇ ਅੱਗੇ ਫਤਿਹ ਸ਼ਾਹ ਦੀ ਸ਼ਰਧਾ ਹਾਰ ਗਈ। ਸੱਚੇ ਪਾਤਸ਼ਾਹ ਮਹਾਰਾਜ ਉਹ ਡਰ ਗਿਆ ਤੇ ਡਰਦਿਆਂ ਹੋਇਆਂ ਨੇ ਦੀਨ ਬਾਕ ਤੇ ਕਹਿ ਸਨਮਾਨਾ। ਹਾਂਜੀ, ਭੀਮ ਚੰਦ ਤਬ ਤਾਹੇ ਬਖਾਨਾ। ਬੜੇ ਸਨਮਾਨ ਵਾਲੇ ਗੱਲ ਬਚਨ ਵੀ ਕੀਤੇ। ਪਰ ਭੀਮ ਚੰਦ ਨੇ ਅੱਗੋਂ ਕਿਹਾ ਜੇ ਸਤਿਗੁਰ ਕੇ ਸੰਗ ਲਰੇ ਹੋ। ਸੁਭਟਨ ਸ਼ੀਨ ਸ਼ਸਤਰ ਅਸ ਲੈ ਹੋ। ਵੀ ਜੇ ਤਾਂ ਭਾਈ ਹੁਣ ਸਾਡਾ ਰਿਸ਼ਤਾ ਤਾਂ ਕਾਇਮ ਰਹੇਗਾ ਤੂੰ ਗੁਰੂ ਜੀ ਨਾਲ ਜੰਗ ਕਰੇਗਾ। ਹਾਂਜੀ, ਤੋ ਰਸ ਰਹੇ ਤੋਰ ਅਰ ਮੇਰਾ। ਉਹ ਘੋੜੇ ਵੀ ਖੋਵੋ,
ਸ਼ਸਤਰ ਵੀ ਖੋਵੋ ਤਾਂ ਮੇਰੀ ਤੇਰੀ ਗੱਲ ਬਣੇਗੀ, ਨਤ ਮੈਂ ਸ਼ੋਰ ਚਲੋਂ ਇਤ ਡੋਰਾ। ਨਹੀਂ ਤਾਂ ਤੇਰੀ ਧੀ ਨੂੰ ਨਾਲ ਨਹੀਂ ਲੈ ਕੇ ਜਾਣਾ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ, ਚੌਜੀ ਪ੍ਰੀਤਮ ਜੀ ਸਾਰੀ ਗੱਲ ਧਿਆਨ ਨਾਲ ਸੁਣ ਰਹੇ ਹੈ। ਪਤਾ ਤਾਂ ਕੱਲੀ ਕੱਲੀ ਗੱਲ ਦਾ ਹੈ, ਪਰ ਸਿੱਖ ਮੁਖੋਂ ਵੀ ਸੁਣ ਰਹੇ ਹੈ। ਕਾਰਨ ਵੀ ਹਰ ਵਾਰ ਇਹ ਨਹੀਂ ਕਹਿਣਾ ਵੀ ਅਸੀਂ ਅੰਤਰਜਾਮੀ ਆ, ਸਾਨੂੰ ਸਾਰੀ ਗੱਲ ਦਾ ਪਤਾ ਹੈ। ਜੇ ਭਗਤੀ ਦੀ ਗੱਲ ਕਰੀਏ ਤਾਂ ਸਾਡੇ ਸਤਿਗੁਰੂ ਜੀ ਤੋਂ ਵੱਧ ਸਾਧ ਸੰਗਤ ਦੀ ਕਿਹਦੀ ਭਗਤੀ ਹੈ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਿਤ ਹੈ ਤਹਾਂ। ਮਹਾਰਾਜ ਜੀ ਦੀ ਕਿੰਨੀ ਭਗਤੀ ਹੈ। ਫਿਰ ਵੀ ਮਹਾਰਾਜ ਸਹਿਜ ਵਿੱਚ ਬੈਠੇ ਨੇ, ਜਤਾ ਨਹੀਂ ਰਹੇ ਵੀ ਸਾਨੂੰ ਕੁਝ ਪਤਾ ਹੈਗਾ ਜੀ। ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਵੀ ਚਾਹੀਦਾ ਕੁਝ ਜਤਾਵੇ ਨਾ, ਜਤਾਵੇ ਨਾ। ਚੁੱਪ ਕਰਕੇ ਮਹਾਰਾਜ ਸੁਣ ਰਹੇ ਹਨ। ਹਾਂਜੀ। ਤਿਨ ਕੇ ਕਹੇ ਦੀਨ ਹੋਏ ਮਾਨੀ, ਕਾਹੇ ਲੂਰ ਪਤ ਜਥਾ ਬਖਾਨੀ। ਸੱਚੇ ਪਾਤਸ਼ਾਹ ਜਦੋਂ ਭੀਮ ਚੰਦ ਨੇ ਇਹ ਗੱਲ ਕਹੀ ਤੇ ਫਤਿਹ ਸ਼ਾਹ ਨੂੰ ਨੀਵੇਂ ਹੋ ਕੇ ਉਹਦੀ ਗੱਲ ਮੰਨਣੀ ਪਈ ਜੀ। ਹਾਂਜੀ। ਇਮ ਗਿਨ ਫਤਿਹ ਸ਼ਾਹ ਜਬ ਆਇਓ, ਹਮ ਦਿਸ਼ ਮੁਖ ਰਸ ਅਪਰ ਬਨਾਇਓ। ਫਤਿਹ ਸ਼ਾਹ ਉੱਥੋਂ ਉੱਠ ਕੇ ਆ ਗਿਆ, ਅਸੀਂ ਫਤਿਹ ਸ਼ਾਹ ਦੇ ਕੋਲ ਗਏ ਸਾਂ, ਪਰ ਮਹਾਰਾਜ ਫਤਿਹ ਸ਼ਾਹ ਨੇ ਸਾਡਾ ਸਤਿਕਾਰ ਨਹੀਂ ਕੀਤਾ, ਸਾਡੇ ਵੱਲ ਵੇਖਿਆ ਤੱਕ ਨਹੀਂ ਮਹਾਰਾਜ। ਹਾਂਜੀ। ਕਿਰਪਾ ਆਪ ਕੀ ਤੇ ਹਮ ਜਾਨਾ। ਪਰ ਉਦੋਂ ਫਿਰ ਤੁਹਾਡੀ ਕਿਰਪਾ ਨਾਲ ਸਾਨੂੰ ਇਹ ਗੱਲ ਪਤਾ ਲੱਗੀ। ਭਾਇਓ ਬੇਮੁਖ ਰਿਪ ਕੋ ਬਚ ਮਾਨਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਜਿਹੜਾ ਫਤਿਹ ਸ਼ਾਹ ਰਾਜਾ ਹੈ, ਇਹ ਬੇਮੁਖ ਹੋ ਗਿਆ ਗੁਰੂ ਤੋਂ। ਇਹਨੇ ਬਚਨ ਮੋੜ ਦਿੱਤਾ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ, ਬੇਮੁਖ ਹੋਣ ਵਾਲਾ ਦਿਨ ਸਾਡੀ ਜ਼ਿੰਦਗੀ ਵਿੱਚ ਨਾ ਆਵੇ। ਬਾਬਾ ਫਰੀਦ ਸਾਹਿਬ ਲਿਖਦੇ, ਗੁਰੂ ਦੀ ਬਾਣੀ ਵਿੱਚ ਬਚਨ ਹੁੰਦਾ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਮਹਾਰਾਜ ਤੁਹਾਡਾ ਦਰ ਛੱਡ ਕੇ, ਤੁਹਾਡੇ ਤੋਂ ਬੇਮੁਖ ਹੋ ਕੇ ਕਿਸੇ ਹੋਰ ਦਰ ਉੱਤੇ ਜਾ ਕੇ ਬਹਿਣਾ, ਹੇ ਸਾਈਂ, ਹੇ ਪਰਮੇਸ਼ਰ, ਇਹ ਦਿਨ ਮੇਰੀ ਜ਼ਿੰਦਗੀ 'ਚ ਨਾ ਆਵੇ। ਬਾਰ ਪਰਾਇਆ ਬੈਸਣਾ, ਬਾਹਰ ਹੁੰਦਾ ਦਰਵਾਜ਼ਾ, ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ, ਜੇ ਮੈਨੂੰ ਕਿਸੇ ਹੋਰ ਦੇ ਦਰਵਾਜ਼ੇ ਤੇ ਬਹਿਣਾ ਪਵੇ, ਭਾਵ ਬੇਮੁਖ ਹੋਣਾ ਪਵੇ, ਤੇ ਉਸ ਦਿਨ ਤੋਂ ਪਹਿਲਾਂ ਮੇਰੇ ਅੰਦਰੋਂ ਜਾਨ ਕੱਢਦੀ ਕਹਿੰਦੇ, ਤਾਂ ਜਿਉ ਸਰੀਰ ਹੌਲੇ। ਮਹਾਰਾਜ ਫਤਿਹ ਸ਼ਾਹ ਤੇ ਬੇਮੁਖ ਹੋ ਗਿਆ ਉੱਥੇ। ਹਾਂਜੀ। ਚਾਹੇ ਉਹਨਾਂ ਦੇਨ ਦਾਜ ਕਉ ਤਬੈ। ਫਿਰ ਅਸੀਂ ਸੋਚਿਆ ਵੀ ਇਹਨੂੰ ਹੁਣ ਇੰਨੀਆਂ ਮਹਿੰਗੀਆਂ ਵਸਤੂਆਂ ਕਿਉਂ ਦੇਣੀਆਂ, ਇਹ ਤਾਂ ਸਿੱਖ ਹੀ ਨਹੀਂ ਰਿਹਾ, ਇਹ ਤਾਂ ਗੁਰੂ ਦੇ ਉਲਟ ਗੱਲ ਕਰਨ ਲਈ ਤਿਆਰ ਹੋ ਗਿਆ। ਕਰਿਓ ਸਕੇਲਨ ਤੂਰਨ ਸਬੈ। ਫਿਰ ਕੀ ਸੀ ਮਹਾਰਾਜ, ਅਸੀਂ ਦਾਜ ਨਹੀਂ ਦਿੱਤਾ, ਵਸਤੂਆਂ ਨਹੀਂ ਦਿੱਤੀਆਂ, ਤੇ ਸਭ ਕੁਝ ਇਕੱਠਾ ਕਰ ਲਿਆ, ਨਿਜ ਸੁਪਟਨ ਸਵਧਾਨ ਬਣਾਏ। ਤੇ ਆਪਣੀਆਂ ਫੌਜਾਂ ਨੂੰ ਵੀ ਸਾਵਧਾਨ ਕਰ ਲਿਆ। ਸਿਵਰ ਆਪਣੇ ਤਤ ਛਿਨ ਆਏ। ਤੇ ਅਸੀਂ ਉਸ ਬਾਗ ਵਿੱਚ ਆ ਗਏ ਜਿੱਥੇ ਅਸੀਂ 500 ਸਿੱਖ ਰਹਿ ਰਹੇ ਸਾਂ। ਜ਼ੀਨ ਤੁਰੰਗਮ ਡਾਰ ਉਤਾਲੇ। ਹਾਂਜੀ। ਭਏ ਤਿਆਰ ਹਥਿਆਰ ਸੰਭਾਲੇ। ਉਸੇ ਵੇਲੇ ਸ਼ਸਤਰ ਫੜ ਕੇ ਘੋੜਿਆਂ ਤੇ ਕਾਠੀਆਂ ਪਾ ਕੇ ਤੇ ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਆਉਣ ਵਾਸਤੇ ਤਿਆਰ ਹੋ ਗਏ। ਤਬ ਇੱਕ ਨਰ ਤੂਰਨ ਹੀ ਆਵਾ। ਮੰਤਰ ਗ੍ਰੇਸ਼ਨ ਕੀਨ ਬਤਾਵਾ। ਮਹਾਰਾਜ ਅਸੀਂ ਤਾਂ ਆਉਣ ਲਈ ਤਿਆਰ ਹੋ ਗਏ ਸਾਂ, ਪਰ ਸਾਡਾ ਇੱਕ ਖੋਜੀ ਆਇਆ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਉਹਨੇ ਸਾਨੂੰ ਰਾਜਿਆਂ ਦੀ ਸਲਾਹ ਦੱਸੀ
ਜਿਹੜੀ ਰਾਜਿਆਂ ਨੇ ਸਾਨੂੰ ਮਾਰਨ ਦੀ ਸਲਾਹ ਕੀਤੀ ਸੀ। ਕਿਉਂ ਤੁਮ ਬਿਲ ਮੇ ਕਰੋ ਭਿਆਨਾ, ਹਾਂਜੀ। ਨਤ ਘਾਟਾ ਰੋਕਨ ਕੋ ਠਾਨਾ। ਵੀ ਤੁਸੀਂ ਛੇਤੀ ਜਾਓ। ਕਿਉਂ? ਕਿਉਂਕਿ ਉਹਨਾਂ ਨੇ ਘਾਟਾ ਰੋਕ ਲੈਣਾ ਹੈ। ਹਾਂਜੀ। ਸਭ ਰਾਜਨ ਕੀ ਸੈਨਾ ਤਿਆਰੀ। ਵੀ ਤੁਸੀਂ ਇੱਥੇ ਬੈਠੇ ਜੇ, ਸਾਰੇ ਰਾਜਿਆਂ ਦੀ ਸੈਨਾ ਤਿਆਰ ਬਰ ਤਿਆਰ ਬੈਠੀ ਤੁਹਾਨੂੰ ਮਾਰਨ ਦੀ। ਕਰਿਓ ਚਾਹੈ ਸਭ ਲੂਟ ਤੁਮਾਰੀ। ਉਹਨਾਂ ਤੁਹਾਡੇ ਕੋਲੋਂ ਸਭ ਕੁਝ ਲੁੱਟ ਲੈਣਾ। ਤੰਬੋਲ, ਘੋੜੇ, ਸ਼ਸਤਰ ਕੁਛ ਨਹੀਂ ਰਹਿਣ ਦੇਣਾ ਤੁਹਾਡੇ ਕੋਲ। ਹਾਏ ਹਥਿਆਰ ਜਾਨ ਨਹਿੰਦਾ ਹੈ। ਨਾ ਘੋੜੇ ਅੱਗੇ ਜਾਣ ਦੇਣੇ, ਨਾ ਹਥਿਆਰ ਜਾਣ ਦੇਣੇ। ਰੁਕ ਜਾਹੈ ਕੁਛ ਬਸ ਨਾ ਬਸੈ ਹੈ। ਤੇ ਤੁਹਾਡਾ ਵਸ ਨਹੀਂ ਤੇ ਚੱਲਣਾ। ਉਹਨਾਂ ਨੇ ਤਿਆਰੀ ਪੂਰੀ ਕੀਤੀ। ਮਹਾਰਾਜ ਸੁਣੀ ਜਾ ਰਹੇ ਸਾਰੀ ਗੱਲ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਥਾ ਧੋਣੇ ਹੋ ਗਈ ਸਾਰੀ ਜੀ, ਪਰ ਮਹਾਰਾਜ ਸੁਣ ਰਹੇ ਬਾਜਾਂ ਵਾਲੇ, ਬੜੇ ਸਹਿਜ ਵਿੱਚ ਸੁਣ ਰਹੇ ਹੈ, ਬੜੇ ਇਕਾਗਰਤਾ ਨਾਲ ਸੁਣ ਰਹੇ ਹੈ। ਹਾਂਜੀ। ਕੇਤਕ ਪਠ ਦੀਨੇ ਤਹ ਵੀਰ, ਚੜੋ ਤੁਰਤ ਅਬ ਆਏ ਬਹੀਰ। ਹਾਂਜੀ। ਹਮ ਚਿੰਤਾ ਤੁਰ ਅਤਸ਼ੈ ਭਏ, ਬਾਕ ਤੁਮਾਰੇ ਸਿਮਰਨ ਕੀਏ। ਜਦੋਂ ਮਹਾਰਾਜ ਅਸੀਂ ਉਹ ਗੱਲ ਸੁਣੀ ਉਸ ਸਿੱਖ ਦੀ, ਵੀ ਸਾਨੂੰ ਰੋਕਣ ਵਾਸਤੇ ਅੱਗੇ ਵੀ ਫੌਜਾਂ, ਪਿੱਛੇ ਵੀ ਫੌਜਾਂ, ਉੱਤੋਂ ਘਾਟਾ ਹੈ, ਭਾਵ ਤੰਗ ਥਾਂ ਹੈ, ਤੇ ਮਹਾਰਾਜ ਉਦੋਂ ਇੱਕ ਗੁਰੂ ਦੇ ਪਿਆਰੇ ਨੇ ਸਾਨੂੰ ਤੁਹਾਡਾ ਬਚਨ ਚੇਤਾ ਕਰਾਇਆ। ਆਖੋ ਸ੍ਰੀ ਵਾਹਿਗੁਰੂ। ਆਪ ਜੀ ਦਾ ਬਚਨ ਚੇਤਾ ਕਰਾਇਆ, ਜਿਹੜਾ ਆਪ ਜੀ ਨੇ ਬਚਨ ਕੀਤਾ ਸੀ ਨਾ, ਵੀ ਅਸੀਂ ਤੁਹਾਡੇ ਨਾਲ ਆ। ਹਾਂਜੀ। ਤੁਰਤ ਅਰੋਹ ਹੋਏ ਕਰ ਚਾਲੇ। ਬਸ ਤੁਹਾਡਾ ਬਚਨ ਚੇਤਾ ਕਰਦਿਆਂ ਸਾਰੀ ਸਾਡੇ 'ਚ ਉਤਸ਼ਾਹ ਆ ਗਿਆ ਜੀ। ਅਸੀਂ ਛੇਤੀ ਨਾਲ ਘੋੜਿਆਂ ਤੇ ਚੜ੍ਹੇ। ਪਿਖੇ ਪਹਾੜੀ ਆਵਤ ਜਾਲੇ। ਕੁਝ ਪਹਾੜੀ ਪਿੱਛੇ ਫੌਜਾਂ ਆ ਰਹੀਆਂ ਸਨ। ਹਾਇਨ ਧਵਾਏ ਪੰਥ ਤਿਸ ਆਏ, ਅਲਪ ਦੇਖ ਹਮ ਤੁਪਕ ਚਲਾਏ। ਸੱਚੇ ਪਾਤਸ਼ਾਹ ਅੱਗੇ ਆਏ। ਪੂਰੇ ਪਹਾੜੀਆਂ ਦੀ ਫੌਜ ਪਹੁੰਚ ਨਹੀਂ ਸੀ ਸਕੀ, ਥੋੜੇ ਜਿਹੇ ਸੀਗੇ। ਅਸੀਂ ਮਹਾਰਾਜ ਗੋਲੀਆਂ ਚਲਾ ਕੇ ਉੱਥੋਂ ਨਿਕਲ ਆਏ। ਜਬੈ ਸ਼ਲਖ ਕੋ ਸ਼ਬਦ ਉਠਾਵਾ, ਥਲ ਥਲ ਮੈਂ ਦਲ ਅਟਕ ਰਹਾਵਾ। ਪਤਾ ਨਹੀਂ ਤੁਹਾਡੀ ਕੀ ਕਿਰਪਾ ਵਰਤੀ। ਬੰਦੂਕਾਂ ਦੀਆਂ ਜਦੋਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ, ਉਹਨਾਂ ਦੀ ਫੌਜ ਪਿੱਛੇ ਹਟ ਗਈ। ਮਹਾਰਾਜ ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ, ਜਿਨ੍ਹਾਂ ਰੋਕਣਾ ਸੀ ਉਹ ਪਿੱਛੇ ਹੋ ਗਏ ਜੀ। ਜਿਨ੍ਹਾਂ ਦਲ ਲੁੱਟਣਾ ਸੀ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਪੈ ਗਿਆ ਜੀ। ਹਾਂਜੀ। ਆਗੇ ਅਰੇ ਕੁਸ਼ਕ ਜੇ ਵੀਰ, ਤਿਨ ਪਰ ਤਿਆਗੇ ਤੁਪ ਕਰੋ ਤੀਰ। ਕਿਤਕ ਮਰੇ ਘਾਇਲ ਕੋ ਭਏ, ਹਮਰੋ ਆਗਾ ਤਜ ਕਰ ਗਏ। ਸੱਚੇ ਪਾਤਸ਼ਾਹ ਹੀ ਤੀਰ, ਬੰਦੂਕ, ਗੋਲੀਆਂ ਚਲਾਉਣੀਆਂ ਨਹੀਂ ਛੱਡੀਆਂ। ਮਹਾਰਾਜ ਕੁਝ ਉਹਨਾਂ ਦੇ ਸਿਪਾਹੀ ਮਰ ਗਏ। ਆਪਣਾ ਇੱਕ ਵੀ ਸ਼ਹੀਦ ਨਹੀਂ ਹੋਇਆ, ਜਾਨੀ ਨੁਕਸਾਨ ਨਹੀਂ ਹੋਇਆ। ਹਾਂ, ਜ਼ਖਮੀ ਜ਼ਰੂਰ ਹੋਏ ਆਪਣੇ। ਹਾਂਜੀ। ਫਤਿਹ ਪਾਏ ਗੁਰਮਨੇ ਸਹਾਈ। ਇਹ ਆਪ ਜੀ ਨੇ ਹੀ ਕਿਰਪਾ ਕੀਤੀ ਹੈ। ਮਹਾਰਾਜ ਸਾਡੀ ਜਿੱਤ ਹੋਈ ਹੈ, ਆਪ ਜੀ ਨੇ ਕਿਰਪਾ ਕੀਤੀ ਹੈ। ਇਸ ਬਿਧ ਪਹੁੰਚੇ ਆਨ ਇਥਾਈ। ਬਸ ਇੱਥੇ ਆ ਕੇ ਹੁਣ ਪਹੁੰਚ ਗਏ ਆ। ਇੱਦਾਂ ਆਏ ਮਹਾਰਾਜ, ਸਾਨੂੰ ਨਹੀਂ ਪਤਾ ਉਸ ਔਖੀ ਘੜੀ ਵਿੱਚੋਂ ਕਿਵੇਂ ਨਿਕਲ ਕੇ ਆਏ ਹਾਂ। ਬਸ ਉਹਨਾਂ ਪਹਾੜੀਆਂ ਦੀ ਮਾਤੀ ਮਰ ਗਈ। ਮਹਾਰਾਜ ਉਹਨਾਂ ਨੂੰ ਸਮਝ ਹੀ ਕੁਛ ਨਹੀਂ ਆਇਆ। ਹਾਂਜੀ। ਸਕਲ ਭੇਦ ਹਮ ਸੁਨ ਕਰ ਆਏ, ਮੰਤਰ ਕੀਨ ਸਭ ਮਿਲ ਗਿਰ ਰਾਏ। ਪਰ ਹਾਂ, ਮਹਾਰਾਜ ਇੱਕ ਗੱਲ ਦਾ ਸਾਨੂੰ ਪਤਾ ਲੱਗਾ, ਸਾਰੇ ਪਹਾੜੀ ਰਾਜਿਆਂ ਨੇ ਮਿਲ ਕੇ ਸਲਾਹ ਕਰ ਲਈ ਹੈ। ਹਾਂਜੀ। ਫਤਿਹ ਸ਼ਾਹ ਸੋ ਤਬ ਠਹਿਰਾਈ, ਜਾਏ ਪ੍ਰਥਮ ਤੂੰ ਪਾਏ ਲੜਾਈ। ਵੀ ਆਪ ਜੀ ਨਾਲ ਜੰਗ ਕਰਨਾ, ਪਰ ਸਭ ਤੋਂ ਪਹਿਲਾਂ ਜੰਗ ਵਾਸਤੇ ਜੇ ਕਿਸੇ ਨੇ ਆਉਣਾ ਤੇ ਸਤਿਗੁਰੂ ਜੀ ਫਤਿਹ ਸ਼ਾਹ ਨੇ ਆਉਣਾ ਹੈ। ਆਖੋ ਸ੍ਰੀ ਵਾਹਿਗੁਰੂ। ਜਿਹਨੂੰ ਆਪ ਵਡਿਆਈ ਦਿੱਤੀ ਹੋਵੇ, ਜਿਹਦੇ ਤੇ ਆਪ ਕਿਰਪਾ ਕੀਤੀ ਹੋਵੇ, ਉਹਦੇ ਮਸਲੇ ਹੱਲ ਕੀਤੇ ਹੋਣ, ਉਹ ਫਤਿਹ ਸ਼ਾਹ ਗੁਰੂ ਜੀ ਉੱਤੇ ਸਭ ਤੋਂ ਪਹਿਲਾਂ ਚੜ੍ਹ ਕੇ ਆਏਗਾ ਜੀ। ਹਾਂਜੀ। ਭੀਮ ਚੰਦ ਕੇ ਹਰਖ ਕਰਨ ਕੋ,
ਭਏ ਤਿਆਰ ਅਬ ਆਏ ਲਰਨ ਕੋ। ਪਰ ਮਹਾਰਾਜ ਉਹ ਇਹ ਸਭ ਕੁਝ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਕਰ ਰਿਹਾ, ਵੀ ਭੀਮ ਚੰਦ ਰਾਜਾ ਖੁਸ਼ ਹੋਵੇ। ਬਾਂਟ ਦੀਨ ਬਾਰੂਦ ਔਰ ਗੋਰੀ। ਮਹਾਰਾਜ ਸਾਨੂੰ ਤਾਂ ਇਹ ਵੀ ਪਤਾ ਲੱਗਾ ਵੀ ਉਹਨਾਂ ਦੀਆਂ ਫੌਜਾਂ ਵਿੱਚ ਗੋਲੀਆਂ ਬਰੂਦ ਸਭ ਕੁਝ ਵੰਡ ਦਿੱਤਾ ਗਿਆ। ਆਇਓ ਲਖੋ ਆਪ ਕੀ ਓਰੀ। ਬਸ ਇਉਂ ਜਾਣੋ ਵੀ ਹੁਣ ਫੌਜਾਂ ਆਈਆਂ ਹੀ ਸਮਝੋ ਪਾਉਂਟਾ ਸਾਹਿਬ ਤੇ। ਸਾਵਧਾਨ ਨਿਜ ਦਲ ਕੋ ਕਰੀਐ ਹੈ। ਮਹਾਰਾਜ ਹੁਕਮ ਕਰੋ, ਫੌਜਾਂ ਨੂੰ ਸਾਵਧਾਨ ਕਰੋ, ਜੰਗ ਮਚਾਵਨ ਤਿਆਰੀ ਕਰੀਐ। ਤੇ ਮਹਾਰਾਜ ਹੁਣ ਜੰਗ ਦੀ ਤਿਆਰੀ ਸ਼ੁਰੂ ਕਰੀਏ ਅਸੀਂ। ਹਾਂਜੀ। ਜਿਮ ਹਮ ਕਹੋ ਆਇਓ ਲਖ ਲੀਨੋ। ਹਾਂਜੀ। ਫਤਿਹ ਸ਼ਾਹ ਤੈਸੇ ਤੁਮ ਚੀਨੋ। ਜਿਵੇਂ ਅਸੀਂ ਆਏ ਆ ਨਾ, ਪਹੁੰਚੇ ਆ, ਮਹਾਰਾਜ ਆਪ ਜੀ ਨੂੰ ਬੇਨਤੀ ਕਰਾਂ ਵੀ ਫਤਿਹ ਸ਼ਾਹ ਵੀ ਸਮਝੋ ਫੌਜਾਂ ਲੈ ਕੇ ਆਇਆ ਹੀ ਸਮਝੋ, ਹਮਲਾ ਕਰਨ ਲਈ ਆ ਰਿਹਾ ਫਤਿਹ ਸ਼ਾਹ। ਹਾਂਜੀ। ਗਨ ਰਾਜਨ ਕੀ ਚਮੂ ਬਟੋਰੀ। ਕਰਿਓ ਕੂਚ ਆਵਤ ਇਤ ਓਰੀ। ਕਈ ਰਾਜਿਆਂ ਦੀ ਫੌਜ 'ਚ ਉਹਦੇ ਨਾਲ ਮਹਾਰਾਜ। ਹਾਂਜੀ। ਕਲਗੀ ਧਰ ਸੁਨ ਕਰ ਤਿਸ ਕਾਲਾ। ਹਾਂਜੀ। ਫਰਕ ਉਠੀ ਜੁਗ ਭੁਜਾ ਬਿਸਾਲਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਣ ਦੇਖ ਸੂਰੇ ਚਿੱਤ ਉਲਾਸ। ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਦੀ ਉਮਰ ਉਦੋਂ 18-19 ਸਾਲਾਂ ਦੀ ਸੀਗੀ ਸਾਰੀ, ਜਦੋਂ ਪਹਿਲਾ ਜੰਗ ਕਰਦੇ ਆ। ਦੱਸਿਆ ਮਹਾਰਾਜ ਫਤਿਹ ਸ਼ਾਹ ਆ ਰਿਹਾ। ਕਹਿੰਦੇ ਬਾਜਾਂ ਵਾਲੇ ਸਤਿਗੁਰਾਂ ਦੀਆਂ ਦੋਵੇਂ ਬਾਹਾਂ ਫੜਕਣ ਲੱਗ ਪਈਆਂ ਦੀ, ਡੌਲੇ ਫੜਕਣ ਲੱਗ ਪਏ। ਗਰਜਤ ਸਭਾ ਬਿਖੈ ਬਚ ਭਾਖਾ। ਉਸੇ ਵੇਲੇ ਗੱਜ ਕੇ ਸੱਚੇ ਪਾਤਸ਼ਾਹ ਪੂਰੀ ਸਭਾ ਵਿੱਚ ਕਹਿਣ ਲੱਗੇ, ਸਿਰਿਅਸ ਤੁਜ ਪੁਰਵਹਿ ਹਮ ਕਾਂਖਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਕਾਲ ਪੁਰਖ ਜੀ ਸਾਡੀ ਆਸ ਹੁਣ ਪੂਰੀ ਕਰਨਗੇ। ਜਬ ਪਹੁੰਚੈ ਰਣ ਖੇਤ ਪਹਾੜੀ। ਆ ਲੈਣ ਦਿਓ ਇਹਨਾਂ ਪਹਾੜੀਆਂ ਨੂੰ, ਜਦੋਂ ਜੰਗ ਦੇ ਮੈਦਾਨ ਵਿੱਚ ਆਉਣਗੇ। ਇਮ ਕਰਹੁ ਸ਼ਸਤਰਨ ਗਨ ਮਾਰੀ। ਮਹਾਰਾਜ ਕਹਿਣ ਲੱਗੇ ਇਹੋ ਜੀ ਸ਼ਸਤਰਾਂ ਦੀ ਮਾਰ ਇਹਨਾਂ ਸਾਰਿਆਂ ਨੂੰ ਅਸੀਂ ਮਾਰਾਂਗੇ। ਸ਼੍ਰੋਣਤ ਪਾਨ ਕਰੈ ਬਹੁ ਧਰਨੀ। ਇੱਕ ਵਾਰੀ ਧਰਤੀ ਲਾਲ ਕਰ ਦਿਆਂਗੇ, ਧਰਤੀ ਨੂੰ ਇਹਨਾਂ ਪਹਾੜੀਆਂ ਦੇ ਖੂਨ ਨਾਲ ਰਜਾ ਦਿਆਂਗੇ। ਆਖੋ ਸ੍ਰੀ ਵਾਹਿਗੁਰੂ। ਇਹ ਸਭ ਕੁਝ ਜ਼ਰੂਰੀ ਸੀ ਪੰਥ ਸਾਜਣ ਵਾਸਤੇ ਸਾਧ ਸੰਗਤ ਜੀ। ਹਾਂਜੀ। ਹਵੈ ਜੈ ਹੈ ਤਹ ਲੋਹਤ ਬਰਨੀ। ਮਹਾਰਾਜ ਕਹਿਣ ਲੱਗੇ ਧਰਤੀ ਦਾ ਰੰਗ ਤਾਂਬੇ ਵਰਗਾ ਕਰ ਦੇਣਾ ਅਸੀਂ। ਰੁੰਡ ਮੁੰਡ ਗਨ ਕਹਿ ਕਰਦੈ ਹੋ। ਮਹਾਰਾਜ ਬਾਜਾਂ ਵਾਲੇ ਤਖਤ ਤੇ ਬੈਠੇ ਗੱਜ ਕੇ ਕਹਿ ਰਹੇ ਆ ਲੈਣ ਦਿਓ, ਰੁੰਡ ਮੁੰਡ ਕਰ ਦੇਣੇ ਆ, ਲੱਭਣਗੇ ਨਹੀਂ। ਹਾਥ ਪਾਏ ਕਾਟਕ ਬਿਥਰੈ ਹੋ। ਹੱਥ ਪੈਰ ਵੱਡ ਵੱਡ ਖਿਲਾਰ ਦੇਣੇ ਮਹਾਰਾਜ ਕਹਿੰਦੇ ਉਹਨਾਂ ਦੇ। ਬਹੁ ਦਿਨ ਕੋ ਮਮ ਕੋਪ ਬਿਸਾਲਾ। ਮਹਾਰਾਜ ਕਹਿਣ ਲੱਗੇ ਅਸੀਂ ਤੇ ਕਈ ਦਿਨਾਂ ਦੇ ਸਾਡੇ ਅੰਦਰ ਵੀਰ ਰਸ ਜਿਹੜਾ ਹੈ ਉਹ ਠਾਠਾਂ ਮਾਰ ਰਿਹਾ ਹੈ। ਫਤਿਹ ਸ਼ਾਹ ਪਰ ਤਜੋਂ ਕਰਾਲਾ। ਮਹਾਰਾਜ ਕਹਿਣ ਲੱਗੇ ਸਾਰਾ ਵੀਰ ਰਸ ਫਤਿਹ ਸ਼ਾਹ ਉੱਤੇ ਛੱਡਣਾ ਪੈਣਾ। ਭੀਮ ਚੰਦ ਕੋ ਜੇ ਇੱਕ ਬਾਰੀ। ਕਰੋ ਬਿਲੋਕਨ ਜੰਗ ਮਝਾਰੀ। ਵਾਹ ਵਾਹ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਭੀਮ ਚੰਦ ਜਿਹੜਾ ਵੱਡਾ ਹੈ, ਜਿਹੜਾ ਮੁਖੀ ਹੈ, ਖੈੜਾ ਨਹੀਂ ਇਹਨੇ ਛੇਤੀ ਛੱਡਣਾ ਜੀ, ਪਰ ਐਡਾ ਗਿੱਦੜ ਹੁੰਦਾ ਹੈ, ਆਪ ਨਹੀਂ ਛੇਤੀ ਆਉਂਦਾ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਜੇ ਭੀਮ ਚੰਦ ਜੰਗ ਵਿੱਚ ਸਾਡੇ ਸਾਹਮਣੇ ਆ ਗਿਆ। ਐਸੇ ਤਜਹੋਂ ਬਾਣ ਕਰਾਰੇ। ਇਹੋ ਜੇ ਬਾਣ ਚਲਾਉਣੇ ਆ ਇਹਦੇ ਉੱਤੇ, ਕਹਿਣ ਲੱਗੇ ਇਹੋ ਜੇ ਤੀਰ ਮਾਰਾਂਗੇ। ਵੇਦ ਸ਼ਰੀਰਨ ਪਰ ਹੈ ਪਾਰੇ। ਮਹਾਰਾਜ ਕਹਿਣ ਲੱਗੇ ਉਹਦੇ ਸਰੀਰ ਨੂੰ ਵਿੰਨ ਦਿਆਂਗੇ, ਵਿੰਨ। ਇਹੋ ਜੇ ਤੀਰ ਚਲਾਉਣੇ ਇਹਦੇ ਉੱਤੇ। ਥਿਰੇ ਅਗਾਰੀ ਦਹਿ ਪ੍ਰਾਨ। ਨਤ ਭਾਜਹਿ ਰਨ ਤਿਆਗ ਮਹਾਨ। ਮਹਾਰਾਜ ਕਹਿਣ ਲੱਗੇ ਜੇ ਤਾਂ ਅੜੇਗਾ ਤੇ ਮਰੇਗਾ, ਤੇ ਜੇ ਭੱਜੇਗਾ ਫੇਰ ਹੀ ਬਚੇਗਾ। ਬੜਾ ਵੱਡਾ ਸੀਗਾ ਭੀਮ ਚੰਦ, ਕਹਿੰਦਾ ਕਹੁੰਦਾ ਆਪਣੇ ਆਪ ਨੂੰ ਜੀ। ਹਾਂਜੀ। ਇਮ ਕਹਿ ਕਰ ਗੁਰ ਸਭਾ ਮਝਾਰਾ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਨੇ ਸਭਾ ਵਿੱਚ
ਗੁਰਸਿੱਖਾਂ ਨੂੰ ਕਿਹਾ ਵੀ ਆ ਲੈਣ ਦਿਓ ਪਹਾੜੀਆਂ ਨੂੰ। ਹਾਂਜੀ। ਸੰਗ ਮਸੰਦਨ ਹੁਕਮ ਉਚਾਰਾ, ਤੇ ਮਸੰਦਾਂ ਨੂੰ ਹੁਕਮ ਕੀਤਾ, ਅਧਿਕ ਤਿਆਰੀ ਜੰਗ ਕੀ ਕਰੀਐ ਹੈ। ਤਿਆਰੀ ਅਧਿਕ ਜੰਗ ਕੀ ਕਰੀਏ। ਉਹ ਮਹਾਰਾਜ ਕਹਿੰਦੇ ਭਾਈ ਬਹੁਤੀ ਤਿਆਰੀ ਕਰੋ, ਗੁਲਕਾਂ ਬ੍ਰਿੰਦ ਬਰੂਦਨ ਕਰੀਐ ਹੈ। ਕੱਢੋ ਗੋਲੀਆਂ, ਕੱਢੋ ਬੰਦੂਕਾਂ, ਤੀਰ ਤਫੰਗਨ ਤੋਮਰ ਭਾਲੇ, ਤੇਰ ਬੰਦੂਕਾਂ ਭਾਲੇ ਕੱਢੋ, ਧਨੁਖ ਬਾਣ ਦੀਜੈ ਪਟ ਜਾਲੇ, ਧਨੁਖ ਬਾਣ ਸਭ ਕੁਝ ਕੱਢੋ। ਇਮ ਬੋਲਤ ਬਹੁ ਉਦਿਓ ਪ੍ਰਤਾਪਾ। ਵਾਹ ਵਾਹ, ਆਖੋ ਸ੍ਰੀ ਵਾਹਿਗੁਰੂ। ਪਹਿਲੇ ਜੰਗ ਤੇ ਮਹਾਰਾਜ ਚੜਨ ਲੱਗੇ, ਗੁਰੂ ਗੋਬਿੰਦ ਸਿੰਘ ਯੁੱਧ ਪੇ ਚੜੇ ਹੈ। ਪਹਿਲੇ ਜੰਗ ਤੇ ਚੜੇ ਮਹਾਰਾਜ। ਭਾਈ ਸੰਤੋਖ ਸਿੰਘ ਕਹਿੰਦੇ ਜਦੋਂ ਹੁਕਮ ਕੀਤਾ ਨਾ, ਕਹਿੰਦੇ ਮਹਾਰਾਜ ਦੇ ਚਿਹਰੇ ਦਾ ਪ੍ਰਤਾਪ ਚੱਲਿਆ ਨਹੀਂ ਸੀ ਜਾਂਦਾ, ਐਡਾ ਚਿਹਰੇ ਦਾ ਪ੍ਰਤਾਪ ਹੋ ਗਿਆ ਸੀ। ਇਮ ਬੋਲਤ ਬਹੁ ਉਦਿਓ ਪ੍ਰਤਾਪਾ। ਮਹਾਰਾਜ ਦੇ ਚਿਹਰੇ ਤੇ ਜਾਹੋ ਜਲਾਲ ਇੱਕਦਮ ਪ੍ਰਗਟ ਹੋਇਆ, ਜਿਸ ਤੇ ਸ਼ਤਰੂ ਬ੍ਰਿੰਦ ਹੋਏ ਖਾਪਾ। ਬਸ ਇਸ ਪ੍ਰਤਾਪ ਦੇ ਨਾਲ ਹੀ ਤੇ ਵੱਡੇ ਵੱਡੇ ਵੈਰੀਆਂ ਦਾ ਨਾਸ਼ ਕਰਨਾ ਮਹਾਰਾਜ ਨੇ। ਹਾਂਜੀ। ਮੁਖ ਗੁਰ ਕੋ ਇਮ ਦੀਖਨ ਲਾਗਾ। ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ ਦਾ ਮੁਖ ਇਹੋ ਜਿਹਾ ਲੱਗਣ ਲੱਗਾ, ਮਨਹੁ ਵੀਰ ਰਸ ਸੁਪਤਿਓ ਜਾਗਾ। ਮਾਨੋ ਵੀਰ ਰਸ ਸੁੱਤਾ ਪਿਆ ਸੀ ਤੇ ਇੱਕਦਮ ਜਾਗ ਗਿਆ ਹੋਵੇ। ਸਾਧ ਸੰਗਤ ਜੀ, ਇਸ ਤਰ੍ਹਾਂ ਦਾ ਮਹਾਰਾਜ ਦਾ ਮੁਖ ਲੱਗਣ ਲੱਗਾ। ਦਇਆ ਰਾਮ ਪ੍ਰੋਹਿਤ ਇਮ ਬੋਲਾ। ਭਾਈ ਦਇਆ ਰਾਮ ਜੀ ਪ੍ਰੋਹਿਤ ਹੱਥ ਜੋੜ ਕੇ ਕਹਿਣ ਲੱਗੇ, ਸੁਨਹੁ ਪ੍ਰਭੂ ਭਾਰਾਜਨ ਟੋਲਾ। ਸੱਚੇ ਪਾਤਸ਼ਾਹ ਮਹਾਰਾਜ ਬੜੇ ਰਾਜਿਆਂ ਦੀ ਫੌਜ ਹੈ, ਇੱਕ ਰਾਜੇ ਦੀ ਫੌਜ ਨਹੀਂ ਹੈਗੀ, ਬਹੁਤ ਸਾਰੇ ਰਾਜਿਆਂ ਦੀ ਫੌਜ ਹੈ। ਦੀਰਗ ਭੀਮ ਚੰਦ ਕਹਿਲੂਰੀ। ਪਰ ਇਹਨਾਂ ਸਾਰਿਆਂ ਵਿੱਚੋਂ ਭੀਮ ਚੰਦ ਦੀ ਫੌਜ ਵੀ ਵੱਡੀ ਹੈ, ਉਹ ਆਪ ਵੀ ਵੱਡਾ ਹੈ। ਜਿਸ ਢਿੱਗ ਭਈ ਬਾਹਨੀ ਭੂਰੀ। ਵੱਡੀ ਫੌਜ ਹੈ ਸੱਚੇ ਪਾਤਸ਼ਾਹ ਭੀਮ ਚੰਦ ਕੋਲ, ਬਹੁਤ ਵੱਡੀ ਫੌਜ ਬਰਾਤ ਵਿੱਚ ਲੈ ਕੇ ਆਇਆ ਸੀ। ਸਭ ਗ੍ਰਾਮਨ ਕੀ ਸ਼ੇਰ ਹਕਾਰੀ। ਹਾਂਜੀ। ਸੁਨ ਪਹੁੰਚੀ ਗਨ ਸ਼ਤਰਨ ਭਾਰੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਵੀ ਪਤਾ ਲੱਗਾ ਵੀ ਉਹਨੇ ਪਹਾੜੀ ਇਲਾਕੇ ਦੇ ਲੋਕਾਂ ਨੂੰ ਵੀ ਵੰਗਾਰਿਆ, ਉਹ ਵੀ ਸ਼ਸਤਰ ਫੜ ਕੇ ਆ ਗਏ ਹਨ। ਪੁੰਨ ਕਟੋਚੀਆ ਨਾਮ ਕਿਰਪਾਲੰ। ਇੱਕ ਫਿਰ ਮਹਾਰਾਜ ਉਹਨਾਂ ਚ ਹੋਰ ਹੈ, ਕਿਰਪਾਲ ਚੰਦ ਕਟੋਚੀਆ, ਬੜਾ ਸ਼ਰਾਰਤੀ ਰਾਜਾ ਸੀਗਾ ਸਾਧ ਸੰਗਤ ਜੀ। ਹਾਂਜੀ। ਅਰ ਗੁਲੇਰੀਆ ਸਦਨ ਗੋਪਾਲੰ। ਦੂਜਾ ਗੋਪਾਲ ਗੁਲੇਰੀਆ, ਉਹ ਵੀ ਫੌਜ ਸਹਿਤ ਆਇਆ ਆਪਣੀ। ਇਨ ਦੋਹੂਨ ਬਹੁ ਵੀਰ ਸਕੇਲੇ। ਇਹਨਾਂ ਦੋਵਾਂ ਕੋਲ ਵੀ ਬੜੇ ਯੋਧੇ ਨੇ ਮਹਾਰਾਜ, ਕਟੋਚੀਏ ਕੋਲ ਤੇ ਗੁਲੇਰੀਏ ਕੋਲ। ਆਏ ਮਿਲੇ ਗਨ ਆਯੁਧ ਲੈ ਲੇ। ਉਹ ਸਾਰੇ ਹੀ ਸ਼ਸਤਰ ਲੈ ਕੇ ਆਪਣੇ ਵੱਲ ਆ ਰਹੇ ਹਨ। ਨ੍ਰਿਪ ਹੰਡੂਰੀਆ ਅਰ ਜਸਵਾਲ। ਇੱਕ ਮਹਾਰਾਜ ਹੰਡੂਰੀਆ ਰਾਜਾ ਹੰਡੂਰ ਦਾ, ਇੱਕ ਜਸਵਾਲ ਦਾ ਰਾਜਾ ਜਸਵਾਲੀਆ, ਉਹ ਵੀ ਆ ਰਿਹਾ ਹੈ। ਇਨਕੇ ਸੰਗ ਸੁਪਟ ਹੈ ਜਾਲ। ਮਹਾਰਾਜ ਇਹਨਾਂ ਨਾਲ ਵੀ ਬੜੀ ਫੌਜ ਹੈ ਸੱਚੇ ਪਾਤਸ਼ਾਹ। ਸਭ ਰਾਵਰ ਸੋ ਚਾਹੈ ਲੜਾਈ। ਸਾਰੇ ਹੀ ਆਪ ਜੀ ਦੇ ਨਾਲ ਜੰਗ ਕਰਨਾ ਚਾਹੁੰਦੇ ਹਨ। ਫਤਿਹ ਸ਼ਾਹ ਕੋ ਕਰ ਅਗਵਾਈ। ਤੇ ਰਾਜੇ ਫਤਿਹ ਸ਼ਾਹ ਨੂੰ ਆਗੂ ਬਣਾਇਆ ਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ ਜਿਹੜਾ ਮਹਾਰਾਜ ਦਾ ਮਿੱਤਰ ਸੀ ਇਹਨਾਂ ਪਹਾੜੀਆਂ ਨੇ, ਉਹਨਾਂ ਨੂੰ ਹੀ ਅੱਗੇ ਕੀਤਾ ਜੀ, ਉਸੇ ਨੂੰ ਹੀ ਜੀ। ਹਾਂਜੀ। ਨਗਰ ਪਾਵਟੇ ਕੋ ਚੜ ਆਵੈ। ਇਹ ਆਛੀ ਮੁਝ ਬਾਤ ਨਾ ਭਾਵੈ। ਮਹਾਰਾਜ ਜੇ ਉਹ ਪਾਉਂਟਾ ਨਗਰ ਤੁਸਾਂ ਵਸਾਇਆ, ਸ਼ਹਿਰ ਉੱਤੇ ਚੜ੍ਹਾਈ ਕਰਨ, ਮਹਾਰਾਜ ਇਹ ਤਾਂ ਚੰਗੀ ਗੱਲ ਨਹੀਂ ਹੋਏਗੀ। ਹਮਰੇ ਨਿਕਟ ਪਰੇ ਨਹਿ ਖੇਤ। ਆਪ ਚੱਲੋ ਆਗੇ ਇਸ ਹੇਤ। ਗਰੀਬ ਨਵਾਜ ਹਮਰੇ ਨਿਕਟ ਪਰਹੇ ਨਹਿ ਖੇਤ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਲਾਗੇ ਚਾਗੇ ਮਹਾਰਾਜ ਸਾਡੇ ਖੇਤ ਵੀ ਕੋਈ ਨਹੀਂ ਹੈਗੇ, ਖਾਸ ਪਹਾੜੀ ਇਲਾਕਾ ਸੀ ਨਾ ਜੀ ਸਾਰਾ। ਹਾਂਜੀ। ਸੁਨ ਕਰ ਸਤਿਗੁਰੂ ਬਿਪਰ ਸਰਾਹਾ। ਤੇ ਮਹਾਰਾਜ ਜੇ ਤੁਸੀਂ ਹੁਕਮ ਕਰੋ ਤੇ ਖੁੱਲੀ ਥਾਂ ਚੱਲੀਏ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਹਾਂ ਇਹ ਗੱਲ ਤੂੰ ਠੀਕ ਕਹੀ ਹੈ। ਸੁਮਤਵੰਤ ਗਨ ਸੁਭਟਨ ਮਾਹਾ। ਮਹਾਰਾਜ ਕਹਿਣ ਲੱਗੇ ਤੂੰ ਵੀ ਯੋਧਾ ਹੈ ਨਾ,
ਸੂਰਮਾ ਹੈ। ਨਿਪੁੰਨ ਬੁੱਧ ਸੰਗਰਾਮ ਕਰਨ ਕੀ, ਹਾਂਜੀ। ਯਥਾ ਰੀਤ ਛਤਰੀ ਸੋ ਬਰਨ ਕੀ। ਹੁਣ ਇਹ ਦਇਆ ਰਾਮ ਕੋਈ ਐਵੇਂ ਥੋੜੀ ਆਇਆ ਜੀ। ਇਹਦਾ ਦਾਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਪੱਕਾ ਸੇਵਾਦਾਰ ਤੇ ਯੋਧਾ ਸੀ। ਮਹਾਰਾਜ ਕਹਿਣ ਲੱਗੇ ਤੂੰ ਖਾਨਦਾਨੀ ਯੋਧਾ ਹੈ। ਕਹਿਣ ਲੱਗੇ ਆਪਾਂ ਖੁੱਲੀ ਥਾਂ ਤੇ ਚੱਲਦੇ ਹਾਂ। ਜਿਮ ਭਾਰਤ ਮੈਂ ਦਰੋਣ ਪ੍ਰਬੀਨਾ। ਹਾਂ, ਜਿਵੇਂ ਭਾਰਤ ਵਿੱਚ ਦਰੋਣਾਚਾਰੀਆ ਬੜਾ ਪ੍ਰਵੀਨ ਮੰਨਿਆ ਗਿਆ ਸੀ, ਸਿਆਣਾ ਮੰਨਿਆ ਗਿਆ। ਹਤੇ ਅਨੇਕ ਸ਼ਤਰੂ ਜਸ ਲੀਨਾ। ਮਹਾਰਾਜ ਕਹਿਣ ਲੱਗੇ ਉਹਨੇ ਬੜੇ ਵੈਰੀਆਂ ਨੂੰ ਮਾਰਿਆ, ਬੜੇ ਦੁਸ਼ਟਾਂ ਦਾ ਨਾਸ਼ ਕੀਤਾ ਸੀ ਦਰੋਣਾਚਾਰਿਆ ਨੇ। ਮਹਾਰਾਜ ਕਹਿਣ ਲੱਗੇ ਤੁਸੀਂ ਸਾਡੀ ਫੌਜ ਦੇ ਦਰੋਣਾਚਾਰਿਆ ਹੋ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਖਿਤਾਬ ਵੀ ਦੇ ਦਿੱਤਾ ਸਤਿਗੁਰਾਂ ਨੇ। ਹਾਂਜੀ। ਤਥਾ ਗ੍ਰਿੰਦਰਨ ਕੇ ਰਨ ਲਰਬੇ, ਬੁੱਧ ਬਲ ਸਾਰ ਘਰੋਂ ਰਿਪ ਹਰਬੇ। ਹਾਂ, ਮਹਾਰਾਜ ਕਹਿੰਦੇ ਇਹਨਾਂ ਪਹਾੜੀਆਂ ਨੂੰ ਮਾਰਨ ਵਾਸਤੇ ਤੁਹਾਡੀ ਬੁੱਧੀ ਜਿਹੜੀ ਹੈ ਪਰਮੇਸ਼ਰ ਨੇ ਬੜੀ ਤੇਜ਼ ਕੀਤੀ ਹੈ। ਹਾਂਜੀ। ਨਗਰ ਪਾਵਟੇ ਨਿਕਟ ਨ ਲਰੈ। ਹੁਣ ਅਸੀਂ ਪੌਂਟੇ ਦੇ ਨੇੜੇ ਨਹੀਂ ਜੰਗ ਕਰਾਂਗੇ। ਕਹਾਂ ਤਰਾਸ ਸ਼ਤਰੁਨ ਤੇ ਧਰੈ। ਅਸੀਂ ਡਰਦੇ ਆ। ਮਹਾਰਾਜ ਕਹਿੰਦੇ ਸ਼ਹਿਰ 'ਚ ਵੜ ਕੇ ਪਵਾਂਗੇ। ਹਾਂਜੀ। ਗੱਡ ਹੈਂਗੇ ਰਣ ਖੰਭ ਅਗਾਰੀ। ਹਾਂਜੀ। ਜਹ ਸਮ ਥਲ ਨਹਿ ਲੇਹ ਨਿਹਾਰੀ। ਜਹ ਸਮ ਥਲ ਕੋ ਲੇਹ ਨਿਹਾਰੀ। ਮਹਾਰਾਜ ਕਹਿੰਦੇ ਹੁਣ ਉੱਥੇ ਜਾ ਕੇ ਜੰਗ ਦਾ ਖੰਭਾ ਗੱਡਾਂਗੇ ਜਿੱਥੇ ਪੱਧਰੀ ਧਰਤੀ ਵੇਖਾਂਗੇ। ਹਾਂਜੀ। ਰਿਪ ਆਗਮਨ ਸਮੁਖ ਜਿਤ ਹੋਏ, ਪਿਖਿਓ ਪ੍ਰਥਮ ਸੁਧ ਦੀਜਹਿ ਕੋਏ। ਮਹਾਰਾਜ ਕਹਿੰਦੇ ਵੈਰੀਆਂ ਦਾ ਆਉਣਾ ਜਿਵੇਂ ਸਾਡੇ ਸਾਹਮਣੇ ਹੋਵੇ, ਪਹਿਲਾਂ ਵੇਖ ਕੇ ਤੁਸੀਂ ਬਸ ਸਾਨੂੰ ਖਬਰ ਦੇ ਦੇਣੀ ਹੈ। ਲੇਕਰ ਚਮੂ ਸੰਗ ਪ੍ਰਸਥਾਨੈ, ਆਵਤ ਪਿਖ ਗੁਲਕਾਂ ਹਿਤਹਾਨੈ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਖੁੱਲੀ ਥਾਂ ਤੇ ਚੱਲੇ। ਮਹਾਰਾਜ ਕਹਿਣ ਲੱਗੇ ਉੱਥੇ ਚੰਗਾ ਰਣ ਖੇਤ ਬਣਾਵਾਂਗੇ। ਤੇ ਸਾਧ ਸੰਗਤ ਜੀ ਉੱਥੋਂ ਫਿਰ ਮਹਾਰਾਜ ਪੰਘਾਣੀ ਗਏ ਸੀਗੇ ਜੀ। ਮੇਰੇ ਖਿਆਲ ਨਾਲ 10-15 ਕਿਲੋਮੀਟਰ ਪਰਾਂ ਹੈ ਜੀ ਪਾਉਂਟਾ ਸਾਹਿਬ ਤੋਂ ਪੰਘਾਣੀ ਜੀ। ਮਹਾਰਾਜ ਉੱਥੇ ਪੰਘਾਣੀ, ਇਹਨੂੰ ਪੰਘਾਣੀ ਦਾ ਯੁੱਧ ਕਹਿੰਦੇ ਆ। ਹਾਂਜੀ। ਸੁਨ ਕਿਰਪਾਲ ਮਾਤੁਲ ਗੁਰ ਕੇਰਾ। ਸੱਚੇ ਪਾਤਸ਼ਾਹ ਜੀ ਦਾ ਬਚਨ ਜਦੋਂ ਮਹਾਰਾਜ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ ਨੇ ਸੁਣਿਆ, ਸਭਾ ਮਝਾਰ ਕਹਿਓ ਤਿਸ ਬੇਰਾ। ਉਹ ਫਿਰ ਸਾਰੀ ਸਭਾ ਵਿੱਚ ਹੱਥ ਜੋੜ ਕੇ ਗਰੀਬ ਨਵਾਜ ਜੀ ਨੂੰ ਕਹਿਣ ਲੱਗੇ, ਥਲ ਪੰਘਾਣੀ ਕੋ ਜਿਹ ਨੀਕਾ, ਤਿਤ ਹੀ ਆਵਨ ਹੋਏ ਰਪਹੀਕਾ। ਮਹਾਰਾਜ ਕਹਿਣ ਲੱਗੇ, ਵਾਹਿਗੁਰੂ ਮਾਮਾ ਜੀ ਕਹਿਣ ਲੱਗੇ, ਮਹਾਰਾਜ ਫਿਰ ਪੰਘਾਣੀ ਚੱਲੀਏ, ਪੱਧਰੀ ਥਾਂ ਹੈ। ਸੱਚੇ ਪਾਤਸ਼ਾਹ ਉੱਥੇ ਵੈਰੀ ਜੇ ਆਉਣਗੇ। ਬਹਿ ਨਦੀ ਇੱਕ ਨਾਮ ਗਿਰੀ ਹੈ। ਉੱਥੇ ਇੱਕ ਨਦੀ ਵੀ ਵਗਦੀ ਮਹਾਰਾਜ, ਉਸ ਨਦੀ ਦਾ ਨਾਮ ਗਿਰੀ ਹੈ। ਗਿਰੀ ਭਾਵ ਪਹਾੜੀ। ਗਿਰ ਪਹਾੜ ਨੂੰ ਕਹਿੰਦੇ ਆ ਤੇ ਗਿਰਾਂ ਵਿੱਚੋਂ ਪਹਾੜਾਂ ਚੋਂ ਨਿਕਲਦੀ ਨਦੀ। ਮਹਾਰਾਜ ਉੱਥੇ ਇੱਕ ਨਦੀ ਹੈ ਜਿਹਨੂੰ ਲੋਕ ਗਿਰੀ ਗਿਰੀ ਕਹਿੰਦੇ ਆ। ਦੇਸ਼ ਦੂਜੇ ਰਵ ਸੁਤਾ ਢਰੀ ਹੈ। ਤੇ ਇੱਕ ਬੰਨੇ ਮਹਾਰਾਜ ਜਮਨਾ ਹੈ। ਹਾਂਜੀ। ਰਾਜਪੁਰਾ ਤਹ ਪਰੈ ਸੋ ਨਗਰਾ, ਲਰੇ ਤਰੇ ਲਰਨ ਕੋ ਥਲ ਹੈ ਸਗਰਾ। ਉੱਥੇ ਰਾਜਪੁਰਾ ਲਾਗੇ ਨਗਰ ਹੈ ਜਿਹੜਾ ਬਿਲਕੁਲ ਮੈਦਾਨ ਹੀ ਪਿਆ ਹੈ। ਸੱਚੇ ਪਾਤਸ਼ਾਹ ਉਹ ਲੜਨ ਲਈ ਜਗ੍ਹਾ ਠੀਕ ਹੈ। ਹਾਂਜੀ। ਸ਼੍ਰੀ ਜਗ ਗੁਰ ਗਾਢੋ ਰਣ ਥੰਭਾ। ਹੇ ਜਗਤ ਦੇ ਸਤਿਗੁਰੂ ਜੀ ਮਹਾਰਾਜ, ਆਪ ਜੀ ਨੇ ਜੇ ਜੰਗ ਕਰਨੀ ਤਾਂ ਉੱਥੇ ਜੰਗ ਦਾ ਖੰਭਾ ਗੱਡ ਦਿਓ। ਤਹਾਂ ਪਿਖੋ ਰਣ ਸੰਗਰਾਮ ਅਚੰਭਾ। ਵੇਖਿਓ ਮਹਾਰਾਜ ਉੱਥੇ ਕੈਸਾ ਜੰਗ ਹੁੰਦਾ। ਨਗਰ ਪਾਵਟਾ ਤਜ ਖੋਟ ਖਟ ਕੋਸ। ਹਾਂ, ਪਾਉਂਟਾ ਸਾਹਿਬ ਤੋਂ ਫਿਰ 6 ਕੋਹ ਦੀ ਦੂਰੀ ਤੇ ਸੀਗਾ ਜੀ ਉਹ। ਹਾਂਜੀ। ਤਹ ਥਿਰ ਹੋਏ ਹਤ ਹੋ ਰਿਪ ਕੋਸ। ਮਹਾਰਾਜ ਆਪਾਂ ਉੱਥੇ ਚੱਲਦੇ ਆ। ਹੁਣ ਬਾਜਾਂ ਵਾਲੇ ਪੰਘਾਣੀ ਨੂੰ ਜਾਣਗੇ ਤੇ ਲਓ ਜੀ ਫਿਰ ਪੰਘਾਣੀ ਦਾ ਜੰਗ ਫਤਿਹ ਕਰਨਗੇ। ਇਹ ਜੰਗ ਸੀਗਾ ਜਦੋਂ ਮਹਾਰਾਜ ਨੇ ਕਿਹਾ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰ ਜੀਤ ਆਏ ਜਯੰ ਗੀਤ ਗਾਏ। ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ 'ਚ ਜ਼ਿਕਰ ਕੀਤਾ। ਇੱਧਰੋਂ ਸਤਿਗੁਰਾਂ ਨੇ ਜੰਗ ਜਿੱਤਣਾ, ਉੱਧਰੋਂ ਮੇਰੇ ਸਤਿਗੁਰਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋ ਜਾਣਾ ਜੀ।
ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣੀਆਂ ਜੀ। ਉਹ ਫਿਰ ਅੱਗੇ ਅੱਗੇ ਹੁਣ ਕਥਾ ਆਏਗੀ, ਆਪਾਂ ਸਰਵਣ ਕਰੀ ਚੱਲਾਂਗੇ। ਮਹਾਰਾਜ ਜੀ ਦੀ ਅਗਾਧ ਬੋਧ ਕਥਾ ਹੈ ਸਾਧ ਸੰਗਤ ਜੀ। ਵਿਚਾਰਦੇ ਹਾਂ ਬੜੀਆਂ ਜ਼ਿਆਦਾ ਭੁੱਲਾਂ ਹੁੰਦੀਆਂ ਨੇ, ਆਪ ਦੀ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਸਮੇਤ ਫੌਜਾਂ ਦੇ ਭੰਗਾਣੀ ਵੱਲ ਨੂੰ ਚਾਲਾ ਪਾਉਣਗੇ। ਬੜੀ ਰੌਚਕ ਕਥਾ ਹੈ ਸਾਧ ਸੰਗਤ ਜੀ। ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਅਸੀਂ ਸਰਵਣ ਕਰੀ ਚੱਲਾਂਗੇ। ਹੁਣ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਜਪ ਕੇ ਫਿਰ ਖਿਮਾ ਮੰਗੀਏ। ਸਾਰੇ ਪ੍ਰੇਮ ਨਾਲ ਕਹੋ ਜੀ ਵਾਹਿਗੁਰੂ 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 ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਸਭ ਦਾ ਆਇਆ ਹੋਇਆ ਗੁਰੂ ਜੀ ਸਫਲਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।